ਦੇ ਉੱਤੇ ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਿਹੜੀ ਬੇਰੀ ਸਾਹਿਬ ਆ ਉਹ ਆਪਣੇ ਕਰ ਕਮਲਾਂ ਨਾਲ ਆਪ ਲਾਈ ਆ। ਜਦੋਂ ਉਦਾਸੀਆਂ ਤੇ ਚੱਲੇ ਸੀ ਤੇ ਜਾਣ ਤੋਂ ਪਹਿਲਾਂ ਸਿੱਖ ਸੰਗਤਾਂ ਨੇ ਯਾਦ ਨਿਸ਼ਾਨੀ ਮੰਗੀ ਤੇ ਸਤਿਗੁਰੂ ਜੀ ਨੇ ਵੇਈ ਨਦੀ ਦੇ ਕੰਢੇ ਤੇ ਲਾ ਕੇ ਇਹ ਯਾਦ ਨਿਸ਼ਾਨੀ ਵਜੋਂ ਦਿੱਤੀ ਤੇ ਕਹਿੰਦੇ ਜੀ ਇਹ ਤੇ ਪਾਣੀ ਆਏਗਾ ਰੁੜ ਜਾਏ। ਸਤਿਗੁਰੂ ਜੀ ਕਹਿੰਦੇ ਦੀਆਂ ਜੜ੍ਹਾਂ ਪਤਾਲ ਚਲਾਤੀਆਂ ਰਹਿੰਦੀ ਦੁਨੀਆ ਤੱਕ ਰਹਿ ਗਈ। ਔਰ ਇਸੇ ਸਥਾਨ ਤੇ ਹੀ ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਭਾਈ ਮਰਦਾਨਾ ਜੀ ਨੂੰ ਰਬਾਬ ਵਜਾਉਣ ਦਾ ਜਿਹੜਾ ਗੁਣ ਦਿੰਦੇ ਆ ਉਹ ਵੀ ਇਸੇ ਸਥਾਨ ਤੇ ਬਖਸ਼ਿਸ਼ ਕਰਦੇ ਆ। ਔਰ ਇਸੇ ਹੀ ਸਥਾਨ ਦੇ ਉੱਤੇ ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਨਾਲ ਭਾਈ ਮਰਦਾਨਾ ਜੀ ਰਬਾਬ ਵਜਾ ਕੇ ਪਹਿਲੇ ਦਿਨ ਜਿਹੜੀ ਕੀਰਤਨ ਦੀ ਆਰੰਭਤਾ ਹੁੰਦੀ ਆ ਉਹ ਵੀ ਇਸੇ ਸਥਾਨ ਤੋਂ ਹੁੰਦੀ ਆ ਜੀ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਵਿਆਹਣ ਵਾਸਤੇ ਡੱਲੇ ਗਏ, ਮਾਤਾ ਦਮੋਦਰੀ ਜੀ ਨੂੰ ਵਿਆਹ ਕੇ ਵਿਆਹਣ ਵਾਸਤੇ ਗਏ ਸਨ, ਉਸ ਵਕਤ ਜਾਂਦਿਆਂ ਇੱਥੇ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਜਦੋਂ ਸੁਲਤਾਨਪੁਰ ਆਇਆ ਤੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਘੋੜੇ ਤੋਂ ਉਤਰ ਗਏ ਜੀ। ਕਹਿੰਦੇ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਨਗਰ ਆ ਗਿਆ, ਇੱਥੇ ਘੋੜਿਆਂ ਤੇ ਦਿਨ ਚੜ੍ਹਨਾ। ਉੱਥੇ ਹੀ ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਸ਼ਾਦੀ ਹੋਈ। ਗੁਰਦੁਆਰਾ ਗੁਰੂ ਕਾ ਬਾਗ ਤਾਂ ਹੀ ਕਿਹਾ ਜਾਂਦਾ ਹੈ। ਉੱਥੇ ਸ਼ਾਦੀ ਹੋਈ, ਮਾਤਾ ਸੁਲੱਖਣੀ ਜੀ ਨੂੰ ਵਿਆਹ ਕੇ ਉੱਥੇ ਲੈ ਕੇ ਆਏ। ਸੋ ਇਸ ਵਕਤ ਅਸੀਂ ਪਹੁੰਚ ਚੁੱਕੇ ਹਾਂ ਗੁਰਦੁਆਰਾ ਸ਼੍ਰੀ ਬੇਰ ਸਾਹਿਬ, ਜਿੱਥੇ ਕਿ ਸਾਡੇ ਨਾਲ ਹੈੱਡ ਗ੍ਰੰਥੀ ਸੁਰਜੀਤ ਸਿੰਘ ਸਭਰਾ ਸਾਡੇ ਨਾਲ ਮੌਜੂਦ ਨੇ। ਇਸ ਗੁਰਦੁਆਰਾ ਸਾਹਿਬ ਦਾ ਜਿਹੜਾ ਇਤਿਹਾਸ ਸਾਨੂੰ ਦੱਸਣਗੇ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਾਬਾ ਜੀ, ਜੋ ਇਸ ਗੁਰੂ ਘਰ ਦਾ ਇਤਿਹਾਸ ਹੈ ਉਹਦੇ ਨਾਲ ਸੰਗਤਾਂ ਨੂੰ ਜਾਣੂ ਕਰਵਾਓ। ਇਸ ਪਾਵਨ ਪਵਿੱਤਰ ਸਥਾਨ ਦੇ ਉੱਤੇ ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਿਹੜੀ ਬੇਰੀ ਸਾਹਿਬ ਆ ਉਹ ਆਪਣੇ ਕਰ ਕਮਲਾਂ ਨਾਲ ਆਪ ਲਾਈ ਆ ਜੀ। ਜਦੋਂ ਉਦਾਸੀਆਂ ਤੇ ਚੱਲੇ ਸੀ ਤੇ ਜਾਣ ਤੋਂ ਪਹਿਲਾਂ ਸਿੱਖ ਸੰਗਤਾਂ ਨੇ ਯਾਦ ਨਿਸ਼ਾਨੀ ਮੰਗੀ ਤੇ ਸਤਿਗੁਰੂ ਜੀ ਨੇ ਵੇਈ ਨਦੀ ਦੇ ਕੰਢੇ ਤੇ ਲਾ ਕੇ ਇਹ ਯਾਦ ਨਿਸ਼ਾਨੀ ਵਜੋਂ ਦਿੱਤੀ ਤੇ ਕਹਿੰਦੇ ਜੀ ਇਹ ਤੇ ਪਾਣੀ ਆਏਗਾ ਰੁੜ ਜਾਏ। ਸਤਿਗੁਰੂ ਜੀ ਕਹਿੰਦੇ ਦੀਆਂ ਜੜ੍ਹਾਂ ਪਤਾਲ ਚਲਾਤੀਆਂ ਰਹਿੰਦੀ ਦੁਨੀਆ ਤੱਕ ਰਹਿ ਗਈ। ਸੋ ਇਹ ਪਾਵਨ ਬੇਰੀ ਸਾਹਿਬ ਕਰਕੇ ਗੁਰਦੁਆਰਾ ਬੇਰ ਸਾਹਿਬ ਬਣਿਆ ਜੀ। ਪਰ ਇੱਥੇ ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ 14 ਸਾਲ 9 ਮਹੀਨੇ 13 ਦਿਨ ਅੰਮ੍ਰਿਤ ਵੇਲੇ ਦੀ ਸੰਭਾਲ ਕਰਨੀ ਸਾਨੂੰ ਸਿਖਾਈ ਹੈ। ਨਾਮ ਜਪਣ ਦੀ ਜਾਚ ਸਿਖਾਈ ਆ। ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇੱਕ ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਕਰਨ ਦੀ ਜਾਚ ਸਿਖਾਈ ਆ ਜੀ। ਇਸੇ ਸਥਾਨ ਦੇ ਉੱਤੇ ਸਤਿਗੁਰੂ ਜੀ ਨੇ ਜੋ ਭਾਈ ਫਰੰਦਾ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਰਨਾਂ 'ਚ ਰਬਾਬ ਭੇਟ ਕਰਦੇ ਆ, ਉਹ ਇਸੇ ਸਥਾਨ ਤੇ ਆ ਕੇ ਰਬਾਬ ਭੇਟ ਕਰਦੇ ਆ ਜੀ। ਔਰ ਇਸੇ ਸਥਾਨ ਤੇ ਹੀ ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਭਾਈ ਮਰਦਾਨਾ ਜੀ ਨੂੰ ਰਬਾਬ ਵਜਾਉਣ ਦਾ ਜਿਹੜਾ ਗੁਣ ਦਿੰਦੇ ਆ ਉਹ ਵੀ ਇਸੇ ਸਥਾਨ ਤੇ ਬਖਸ਼ਿਸ਼ ਕਰਦੇ ਆ। ਔਰ ਇਸੇ ਹੀ ਸਥਾਨ ਦੇ ਉੱਤੇ ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਨਾਲ ਭਾਈ ਮਰਦਾਨਾ ਜੀ ਰਬਾਬ ਵਜਾ ਕੇ ਪਹਿਲੇ ਦਿਨ ਜਿਹੜੀ ਕੀਰਤਨ ਦੀ ਆਰੰਭਤਾ ਹੁੰਦੀ ਆ ਉਹ ਵੀ ਇਸੇ ਸਥਾਨ ਤੋਂ ਹੁੰਦੀ ਆ ਜੀ। ਔਰ ਜਿਹੜੇ ਭਾਈ ਮਨਸੁਖ ਜੀ ਲਾਹੌਰ ਦੇ ਰਹਿਣ ਵਾਲੇ ਸਨ, ਵੈਸੇ ਤਾਂ ਬਹੁਤ ਸਾਰੇ ਸਿੱਖ ਗੁਰੂ ਨਾਨਕ ਸਾਹਿਬ ਦੇ ਇੱਥੇ ਆ ਕੇ ਬਣੇ, ਲੇਕਿਨ ਉਹ ਇੱਕ ਧਨਾੜ ਸਿੱਖ ਸਨ, ਲਾਹੌਰ ਦੇ ਬੜੇ ਵੱਡੇ ਵਪਾਰੀ ਸਨ। ਤੇ ਜਦੋਂ ਉਹ ਮਨ ਵਿੱਚ ਠਾਣ ਕੇ ਆਏ ਸੀ ਕਿ ਮੈਨੂੰ ਮੇਰਾ ਨਾਂ ਲੈ ਕੇ ਆਵਾਜ਼ ਮਾਰਨਗੇ ਤਾਂ ਅੰਤਰਜਾਮੀ ਜਾਣਾਗਾ ਜੀ। ਤੇ ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਬਚਨ ਕੀਤਾ ਸੀ, ਭਾਈ ਮਨਸੁਖ ਮਨ ਦਾ ਸੁਖ ਚੈਨ ਮਿਲਿਆ ਵੀ ਹੈ ਕਿ ਨਾਂ ਦੇ ਮਨਸੁਖ ਜੀ। ਸੋ ਇਹ ਬਚਨ ਵੀ ਸਤਿਗੁਰੂ ਨਾਨਕ ਸਾਹਿਬ ਜੀ ਨੇ ਇਸੇ ਸਥਾਨ ਤੇ ਭਾਈ ਮਨਸੁਖ ਜੀ ਨੂੰ ਕੀਤਾ ਸੀਗਾ ਜੀ। ਸੋ ਇੱਥੋਂ ਹੀ ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਵੇਈ ਨਦੀ 'ਚ ਟੁੱਬੀ ਲਾਈ। ਤੀਜੇ ਦਿਨ ਜਿੱਥੇ ਬਾਹਰ ਆਏ ਉੱਥੇ ਗੁਰਦੁਆਰਾ ਸ੍ਰੀ ਸੰਤ ਘਾਟ ਸਾਹਿਬ ਸੁਸ਼ੋਭਿਤ ਆ। ਸੋ ਇਸ ਵੇਈ ਨਦੀ ਵਿੱਚ 3 ਦਿਨ ਅਲੋਪ ਵੀ ਰਹੇ। ਇਸ ਵੇਈ ਨਦੀ ਵਿੱਚ ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ 14 ਸਾਲ 9 ਮਹੀਨੇ 13 ਦਿਨ ਅੰਮ੍ਰਿਤ ਵੇਲੇ ਇਸ਼ਨਾਨ ਵੀ ਕੀਤਾ ਔਰ ਇੱਥੇ ਬੰਦਗੀ ਵੀ ਕੀਤੀ ਜੀ। ਬਾਬਾ ਜੀ, ਜੋ ਵੇਈ ਨਦੀ ਦਾ ਇਤਿਹਾਸ ਉਹ ਵੀ ਤੁਸੀਂ ਦੱਸ ਦਿੱਤਾ। ਅਸੀਂ ਹੁਣ ਇਹ ਜਾਣਨਾ ਚਾਹੁੰਦੇ ਹਾਂ ਕਿ ਸੁਲਤਾਨਪੁਰ ਲੋਧੀ ਦੇ ਵਿੱਚ ਕਿੰਨੇ ਗੁਰੂ ਘਰ ਨੇ ਜੋ ਇਤਿਹਾਸਕ ਨੇ? ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਦੋਂ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਆਉਂਦੇ ਆ ਤੇ ਉਹ ਆਉਂਦੇ ਆ ਬੇਬੇ ਨਾਨਕੀ ਜੀ ਦੇ ਘਰ ਵਿੱਚ ਜੀ। ਔਰ ਬੇਬੇ ਨਾਨਕੀ ਜੀ ਦਾ ਜਿਹੜਾ ਘਰ ਸੀਗਾ ਉਸ ਵਕਤ ਭਾਈਆ ਜੈ ਰਾਮ ਜੀ ਦਾ ਜਿਹੜਾ ਘਰ ਸੀ, ਕਿਉਂਕਿ ਗੁਰੂ ਨਾਨਕ ਸਾਹਿਬ ਜੀ ਦਾ ਰਿਸ਼ਤਾ ਬੇਬੇ ਨਾਨਕੀ ਜੀ ਨਾਲ ਭੈਣ ਭਰਾ ਦਾ ਰਿਸ਼ਤਾ ਸੀਗਾ ਜੀ। ਤੇ ਇਸ ਕਰਕੇ ਇੱਥੇ ਆਉਣਾ ਹੋਇਆ। ਉਹ ਗੁਰਦੁਆਰਾ ਗੁਰੂ ਕਾ ਬਾਗ ਜੀ ਜੋ ਸ਼ਹਿਰ ਦੇ ਵਿੱਚ ਸੁਸ਼ੋਭਿਤ ਆ। ਅਕਸਰ ਕਈ ਗੁਰਦੁਆਰਾ ਸਾਹਿਬਾਨ ਦਾ ਸੰਗਤਾਂ ਨੂੰ ਪਤਾ ਹੀ ਨਹੀਂ ਹੁੰਦਾ। ਉੱਥੇ ਹੀ ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਸ਼ਾਦੀ ਹੋਈ। ਗੁਰਦੁਆਰਾ ਗੁਰੂ ਕਾ ਬਾਗ ਤਾਂ ਹੀ ਕਿਹਾ ਜਾਂਦਾ ਹੈ। ਉੱਥੇ ਹੀ ਸ਼ਾਦੀ ਹੋਈ, ਮਾਤਾ ਸੁਲੱਖਣੀ ਜੀ ਨੂੰ ਵਿਆਹ ਕੇ ਉੱਥੇ ਲੈ ਕੇ ਆਏ। ਔਰ ਉੱਥੇ ਹੀ ਸਾਹਿਬਜ਼ਾਦਿਆਂ ਦਾ ਜਨਮ ਹੋਇਆ, ਸਾਹਿਬਜ਼ਾਦਾ ਬਾਬਾ ਸ਼੍ਰੀ ਚੰਦ ਜੀ ਔਰ ਸਾਹਿਬਜ਼ਾਦਾ ਬਾਬਾ ਲਖਮੀ ਦਾਸ ਜੀ। ਕਿਉਂਕਿ ਸਾਹਿਬਜ਼ਾਦਿਆਂ ਦਾ ਅੱਜ ਕੱਲ੍ਹ ਦਿਨ ਸ਼ਹੀਦੀ ਦਿਹਾੜੇ ਚੱਲਦੇ ਪਏ ਆ ਤੇ ਕੇਵਲ ਸਿੱਖ ਕੌਮ ਦੇ ਵਿੱਚ 22 ਸਾਹਿਬਜ਼ਾਦੇ ਹੋਏ ਆ ਜੀ।
ਪਹਿਲਾ ਸਾਹਿਬਜ਼ਾਦਾ ਜੇ ਕਹੀਏ ਤੇ ਬਾਬਾ ਸ਼੍ਰੀ ਚੰਦ ਜੀ ਤੇ ਬਾਬਾ ਲਖਮੀ ਦਾਸ ਜੀ ਨੇ ਜੀ। ਠੀਕ ਹੈ, ਤੇ ਆਪਾਂ 4 ਸਾਹਿਬਜ਼ਾਦਿਆਂ ਨੂੰ ਜਿਨ੍ਹਾਂ ਨੇ ਸ਼ਹਾਦਤ ਦਿੱਤੀ ਆ ਉਹਨਾਂ ਨੂੰ ਯਾਦ ਕਰਦੇ ਹਾਂ। ਸੋ ਇਹ ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਬਾਗ ਪਰਿਵਾਰ ਵਧਿਆ ਜਿੱਥੇ, ਉੱਥੇ ਗੁਰਦੁਆਰਾ ਗੁਰੂ ਕਾ ਬਾਗ ਬਣਿਆ। ਭਾਵ ਜਿੱਥੇ ਸਾਹਿਬਜ਼ਾਦਿਆਂ ਦਾ ਜਨਮ ਹੋਇਆ ਉਹ ਜਨਮ ਸਥਾਨ ਬਾਬਾ ਸ਼੍ਰੀ ਚੰਦ ਜੀ ਦਾ ਜਨਮ ਸਥਾਨ ਵੀ ਆ, ਬੇਬੇ ਨਾਨਕੀ ਜੀ ਦਾ ਭਾਈਆ ਜੈ ਰਾਮ ਜੀ ਦਾ ਘਰ ਵੀ ਆ, ਔਰ ਉੱਥੇ ਹੀ ਮਾਤਾ ਸੁਲੱਖਣੀ ਜੀ ਨੂੰ ਵਿਆਹ ਕੇ ਲਿਆਏ। ਗੁਰੂ ਨਾਨਕ ਸਾਹਿਬ ਜੀ ਦਾ ਵੀ ਉਹ ਘਰ ਰਿਹਾ ਜੀ। ਸੋ ਇਸ ਕਰਕੇ ਉੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਰਿਹਾਇਸ਼ ਰੱਖੀ ਸੀ, ਉਹਨੂੰ ਗੁਰਦੁਆਰਾ ਗੁਰੂ ਕਾ ਬਾਗ ਕਹਿੰਦੇ ਆ ਜੀ। ਹਾਂਜੀ, ਉਸ ਤੋਂ ਇਲਾਵਾ ਇੱਥੇ ਗੁਰਦੁਆਰਾ ਜਿੱਥੇ ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ 13 ਤੋਲਿਆ, ਅਕਸਰ ਸਾਰੀ ਸੰਗਤ ਜਾਣਦੀ ਆ, 13 ਨਹੀਂ ਆ, ਅਸਲ 'ਚ 13 ਜੀ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ 13 ਤੋਲਦਿਆਂ ਹੋਇਆਂ ਜਿਹੜੀ ਲੈਂਡ ਆਉਂਦੇ ਸੀਗੇ, ਗੁਰੂ ਨਾਨਕ ਸਾਹਿਬ ਜੀ ਕਹਿੰਦੇ ਸੀ 13 ਕਹਿੰਦੇ ਸੀ। 13 ਤੋਂ ਭਾਵ ਸੀ ਕਿ ਜਿਹੜਾ ਲੈਣ ਆਇਆ ਇਹ ਅਕਾਲ ਪੁਰਖ ਵਾਹਿਗੁਰੂ ਇਹ ਵੀ 13 ਤੇ ਜੋ ਦੇ ਰਿਹਾ ਇਹ ਵੀ 13 ਤੇ ਮੈਂ ਵੀ 13 ਜੀ। ਸਭ ਕੁਝ ਭਾਵ ਕਿ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਪਣਾ ਵਿਸ਼ਵਾਸ ਦ੍ਰਿੜ ਕੀਤਾ ਤੇ ਸੰਗਤਾਂ ਦਾ ਵਿਸ਼ਵਾਸ ਵੀ ਦ੍ਰਿੜ ਕਰਾਇਆ ਜੀ। ਸੋ ਉਹ ਇੱਕ ਪਰਮਾਤਮਾ ਨਾਲ ਗੁਰੂ ਨਾਨਕ ਸਾਹਿਬ ਜੀ ਕਿਰਤ ਕਰਦਿਆਂ ਵੀ ਆਪ ਰੱਬ ਨਾਲ ਜੁੜੇ ਰਹਿੰਦੇ ਸਨ ਤੇ ਸੰਗਤਾਂ ਵੀ ਜਿਹੜੀਆਂ ਲੈਣ ਆਉਂਦੀਆਂ ਸਨ ਉਹਨਾਂ ਨੂੰ ਵੀ ਜੋੜਦੇ ਸਨ ਜੀ। ਸੋ ਇਹ ਗੁਰਦੁਆਰਾ ਹੱਟ ਸਾਹਿਬ ਉੱਥੇ 14 ਵੱਟੇ ਵੀ ਸੁਸ਼ੋਭਿਤ ਨੇ ਜਿਨ੍ਹਾਂ ਨਾਲ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਿਹੜੇ ਕਰ ਕਮਲਾਂ ਨਾਲ ਤੋਲਦੇ ਰਹੇ ਜੀ। ਔਰ ਇਸ ਤੋਂ ਇਲਾਵਾ ਆਪ ਜੀ ਨੂੰ ਦੱਸਿਆ ਕਿ ਗੁਰਦੁਆਰਾ ਸ੍ਰੀ ਸੰਤ ਘਾਟ ਸਾਹਿਬ ਤਾਂ ਸੁਸ਼ੋਭਿਤ ਹੈ ਹੀ ਆ। ਇੱਕ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਿਰਤ ਕਰਦੇ ਸਨ, ਮੋਦੀਖਾਨਾ ਚਲਾਉਂਦੇ ਸਨ, ਤੇ ਜਿਹੜਾ ਠੱਗ ਚੋਰ ਲੋਕ ਸਨ, ਜਿਹੜੇ ਲੋਕ ਚਾਹੁੰਦੇ ਸੀ ਕਿ ਇਹ ਮੋਦੀਖਾਨੇ ਦੇ ਅਸੀਂ ਮਾਲਕ ਬਣੀਏ, ਅਸੀਂ ਸਾਡੇ ਹੱਥ 'ਚ ਇਹ ਪ੍ਰਬੰਧ ਹੋਵੇ, ਜਿਨ੍ਹਾਂ ਦੇ ਅੰਦਰ ਬੇਈਮਾਨੀ ਸੀ, ਚੋਰੀ ਸੀਗੀ, ਉਹ ਗੁਰੂ ਨਾਨਕ ਸਾਹਿਬ ਜੀ ਦੇ ਖਿਲਾਫ ਨਵਾਬ ਦੌਲਤ ਖਾਨ ਦੇ ਕੰਨ ਭਰਦੇ ਸੀਗੇ। ਉਹਨਾਂ ਨੇ ਕੰਨ ਭਰੇ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਜਦੋਂ ਪਹਿਲਾਂ ਹਿਸਾਬ ਕਿਤਾਬ ਹੋਇਆ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ 135 ਉਸ ਵਕਤ ਦੀ ਕਰੰਸੀ ਮੁਤਾਬਕ ਬਚ ਗਏ ਸਨ ਜੀ। ਹੁਣ ਇਹ ਵੀ ਕਈ ਵਾਰ ਸਵਾਲ ਉਤਪੰਨ ਹੋ ਜਾਂਦਾ ਕਿ 135 ਕਿਵੇਂ ਬਚ ਗਏ। ਉਹ ਅਸਲ 'ਚ ਕੀ ਹੈ ਕਿ ਕੀ ਹੇਰਾਫੇਰੀ ਕਰਕੇ ਬਚੇ ਸੀ? ਨਹੀਂ, ਅਸਲ 'ਚ ਕੀ ਆ ਕਿ ਅੱਜ ਦੀ ਤਰੀਕ ਵਿੱਚ ਆਪਾਂ ਕਹਿ ਦਿੰਦੇ ਹਾਂ ਕਿ ਜਿਹੜੇ ਇਨਸੈਂਟਿਵ ਮਿਲਦੇ ਆ ਹੈ ਨਾ, ਜਿਹੜਾ ਇੱਕ ਤਰ੍ਹਾਂ ਦਾ ਬੋਨਸ ਮਿਲਦਾ ਸੀ ਉਸ ਵਕਤ, ਸੈਲਰੀ ਤੋਂ ਇਲਾਵਾ ਇੱਕ ਬੋਨਸ ਹੁੰਦਾ ਸੀ, ਤੇ ਜਿਹੜਾ ਬੋਨਸ ਸੀ ਨਾ ਉਹ ਗੁਰੂ ਨਾਨਕ ਸਾਹਿਬ ਜੀ ਦਾ 135 ਪਹਿਲੀ ਵਾਰਾਂ ਜੋ ਲੇਖਾ ਜੋਖਾ ਹੋਇਆ ਤੇ ਉਹ ਬੋਨਸ 135 ਵਧੇ। ਉਸ ਬੋਨਸ 135 ਵਧੇ, ਕਦੀ ਕਿਸੇ ਦਾ ਇੰਨਾ ਬੋਨਸ ਵਧਿਆ ਹੀ ਨਹੀਂ ਸੀਗਾ। ਪਹਿਲੀ ਵਾਰ ਗੁਰੂ ਨਾਨਕ ਸਾਹਿਬ ਜੀ ਦਾ ਇੰਨਾ ਬੋਨਸ ਵਧਿਆ ਸੀ, ਕਦੀ ਕਿਸੇ ਵੀ ਜਿਹੜਾ ਮੋਦੀਖਾਨੇ ਨੂੰ ਚਲਾਉਣ ਵਾਲਾ ਉਹਦਾ ਇੰਨਾ ਬੋਨਸ ਨਹੀਂ ਸੀ ਵਧਦਾ, ਤਾਂ ਕਿ ਉਹ ਤੋਂ ਪਤਾ ਲੱਗਦਾ ਸੀ ਕਿ ਮੋਦੀਖਾਨਾ ਵਾਧੇ ਵਿੱਚ ਜਾ ਰਿਹਾ ਕਿ ਘਾਟੇ ਵਿੱਚ ਜਾ ਰਿਹਾ, ਬੋਨਸ ਤੋਂ ਹੀ ਪਤਾ ਲੱਗਦਾ ਸੀਗਾ। ਸੋ ਦੂਸਰੀ ਵਾਰ ਕੀਤਾ ਤੇ ਉਹ ਗੁਰੂ ਨਾਨਕ ਸਾਹਿਬ ਜੀ ਦੇ 360 ਬਚੇ, ਤੀਸਰੀ ਵਾਰ ਕੀਤਾ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ 760 ਬਚੇ ਸਨ। ਇਹ ਇੰਨਾ ਬੋਨਸ ਵੱਧਦਾ ਗਿਆ, ਸਟੈਪ ਬਾਈ ਸਟੈਪ ਅੱਗੇ ਚੱਲਦਾ ਗਿਆ, ਕਿਉਂਕਿ ਇੰਨਾ ਇਮਾਨਦਾਰੀ ਨਾਲ, ਇੰਨਾ ਦ੍ਰਿੜਤਾ ਦੇ ਨਾਲ ਉਹ ਮੋਦੀਖਾਨੇ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਚਲਾਇਆ। ਜਿੱਥੇ ਉਹ ਲੇਖਾ ਜੋਖਾ ਹੋਇਆ, ਹਿਸਾਬ ਕਿਤਾਬ ਹੋਇਆ, ਉੱਥੇ ਗੁਰਦੁਆਰਾ ਕੋਠੜੀ ਸਾਹਿਬ ਸੁਸ਼ੋਭਿਤ ਆ ਜੀ। ਸੋ ਉਹ ਵੀ ਸ਼ਹਿਰ ਦੇ ਵਿੱਚ ਹੀ ਹੈ, ਗੁਰਦੁਆਰਾ ਗੁਰੂ ਕਾ ਬਾਗ ਤੇ ਕੋਠੜੀ ਸਾਹਿਬ ਬਿਲਕੁਲ ਨੇੜੇ ਨੇੜੇ ਸੁਸ਼ੋਭਿਤ ਨੇ ਜੀ। ਇੱਕ ਗੁਰਦੁਆਰਾ ਸਾਹਿਬ ਜਦੋਂ ਧੰਨ ਗੁਰੂ ਨਾਨਕ ਸਾਹਿਬ ਜੀ ਬਾਹਰ ਆਏ ਤੇ ਫਿਰ ਉਸ ਵਕਤ ਕਾਜੀ ਨੇ ਕਿਹਾ ਕਿ ਤੁਸੀਂ ਕਹਿੰਦੇ ਹੋ ਕਿ ਅਕਾਲ ਪੁਰਖ ਸਾਰਿਆਂ ਦਾ ਸਾਂਝਾ ਪਰਮਾਤਮਾ, ਚਲੋ ਸਾਡੇ ਨਾਲ ਨਮਾਜ਼ ਅਦਾ ਕਰੋ। ਤੇ ਜਦੋਂ ਮਸਜਿਦ ਵਿੱਚ ਲੈ ਕੇ ਗਏ ਤੇ ਨਮਾਜ਼ ਅਦਾ ਕੀਤੀ, ਗੁਰੂ ਨਾਨਕ ਸਾਹਿਬ ਜੀ ਖੜੇ ਰਹੇ, ਕਹਿੰਦੇ ਤੁਸੀਂ ਤਾਂ ਨਮਾਜ਼ ਅਦਾ ਨਹੀਂ ਕੀਤੀ ਕਾਜੀ ਕਹਿੰਦੇ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਕੀਤੀ ਤਾਂ ਤੁਸੀਂ ਵੀ ਨਹੀਂ। ਕਹਿੰਦੇ ਜੇ ਅਸੀਂ ਨਹੀਂ ਕੀਤੀ ਤੇ ਇਹ ਗੱਲ ਦੱਸੋ ਤੁਸੀਂ ਵੀ ਕਿਹੜੀ ਕੀਤੀ ਆ? ਕਹਿੰਦੇ ਤੁਸੀਂ ਵੀ ਨਹੀਂ ਕੀਤੀ। ਕਹਿੰਦੇ ਅਸੀਂ ਤਾਂ ਕੀਤੀ ਆ। ਕਹਿੰਦੇ ਇਹ ਗੱਲ ਦੱਸੋ ਜਦੋਂ ਕਾਜੀ ਸਾਹਿਬ ਤੁਸੀਂ ਨਮਾਜ਼ ਅਦਾ ਕਰ ਰਹੇ ਸੀ ਤੁਹਾਡਾ ਧਿਆਨ ਕਿੱਥੇ ਸੀ, ਸੁਰਤ ਕਿੱਥੇ ਸੀ? ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਧਿਆਨ ਟਿਕਾਉਣ ਦੀ ਗੱਲ ਵੀ ਇਸੇ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਦੱਸੀ। ਸੋ ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਕਹਿਣ ਲੱਗੇ ਜੀ ਮੇਰਾ ਧਿਆਨ ਤਾਂ ਘਰ ਵਿੱਚ ਘੋੜੀ ਨੇ ਬੱਚਾ ਦਿੱਤਾ ਸੀਗਾ, ਉਹਦੇ ਵਿਸ਼ੇਰੀ ਵਿੱਚ ਸੀਗਾ, ਉਹ ਖੂਹ ਵਿੱਚ ਨਾ ਡਿੱਗ ਜਾਏ, ਘਰ 'ਚ ਇੱਕ ਖੂਹ ਸੀਗਾ। ਕਹਿੰਦੇ ਫਿਰ ਨਵਾਬ ਸਾਹਿਬ ਨਾਲ ਤੁਸੀਂ ਨਮਾਜ਼ ਅਦਾ ਕਰਨ ਦੇ, ਗੁਰੂ ਨਾਨਕ ਸਾਹਿਬ ਕਹਿੰਦੇ ਉਹਨਾਂ ਨੂੰ ਪੁੱਛ ਲਓ। ਉਹਨਾਂ ਨੂੰ ਪੁੱਛਿਆ, ਕਹਿੰਦਾ ਜੀ ਮੈਂ ਝੂਠ ਤਾਂ ਮੈਂ ਵੀ ਨਹੀਂ ਬੋਲਾਂਗਾ, ਕਿਉਂਕਿ ਮੇਰਾ ਧਿਆਨ ਵੀ ਜਿਹੜਾ ਸੀਗਾ ਇੱਥੇ ਨਹੀਂ ਸੀ, ਮੈਂ ਵੀ ਕਾਬਲ ਵਿੱਚ ਘੋੜੇ ਹੀ ਖਰੀਦਦਾ ਫਿਰਦਾ ਸੀ, ਸੁਰਤ ਬਿਰਤ ਕਰਕੇ ਤੇ ਮੈਂ ਵੀ ਹਾਜ਼ਰ ਨਹੀਂ ਸੀ। ਫਿਜ਼ੀਕਲੀ ਤੌਰ ਤੇ ਅਸੀਂ ਕਈ ਵਾਰ ਪਰਮਾਤਮਾ ਦੀ ਇਬਾਦਤ ਕਰ ਰਹੇ ਹੁੰਦੇ ਹਾਂ ਪਰ ਮੈਂਟਲੀ ਅਸੀਂ ਗੈਰ ਹਾਜ਼ਰ ਹੁੰਦੇ, ਐਬਸੈਂਟ ਹੁੰਦੇ ਹਾਂ। ਸੋ ਸਤਿਗੁਰੂ ਨਾਨਕ ਸਾਹਿਬ ਮਹਾਰਾਜ ਨੇ ਮੈਂਟਲੀ ਤੌਰ ਤੇ ਵੀ ਸਾਨੂੰ ਐਬਸੈਂਟ ਨਹੀਂ, ਹਾਜ਼ਰ ਰਹਿਣ ਦੀ ਜਿਹੜੀ ਆ ਉਹ ਪ੍ਰੇਰਨਾ ਇਸ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਦਿੱਤੀ। ਉਹਦੀ ਯਾਦ ਵਿੱਚ ਜਿਹੜਾ ਗੁਰਦੁਆਰਾ ਸਾਹਿਬ ਬਣਿਆ ਉਹ ਗੁਰਦੁਆਰਾ ਅੰਤਰਜਾਮਤਾ ਸਾਹਿਬ।
ਸੋ ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੋਂ ਇਲਾਵਾ ਵੀ ਇੱਥੇ ਗੁਰਦੁਆਰਾ ਸਾਹਿਬਾਨ ਸੁਸ਼ੋਭਿਤ ਨੇ, ਜਿਹੜੇ ਕਿ ਇੱਕ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਵਿਆਹਣ ਵਾਸਤੇ ਡੱਲੇ ਗਏ, ਮਾਤਾ ਦਮੋਦਰੀ ਜੀ ਨੂੰ ਵਿਆਹ ਕੇ ਵਿਆਹਣ ਵਾਸਤੇ ਗਏ ਸਨ, ਉਸ ਵਕਤ ਜਾਂਦਿਆਂ ਇੱਥੇ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਜਦੋਂ ਸੁਲਤਾਨਪੁਰ ਆਇਆ ਤੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਘੋੜੇ ਤੋਂ ਉਤਰ ਗਏ ਜੀ। ਕਹਿੰਦੇ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਨਗਰ ਆ ਗਿਆ, ਇੱਥੇ ਘੋੜਿਆਂ ਤੇ ਨਹੀਂ ਚੜ੍ਹਨਾ, ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਘਰ ਦਰਸ਼ਨ ਕਰਕੇ ਜਾਣਾ ਹੈ। ਤੇ ਅਕਸਰ ਵੀ ਉਦੋਂ ਇਹ ਵੀ ਗੱਲਾਂ ਹੁੰਦੀਆਂ ਸੀ ਕਿ ਇਨਲਾਓ ਦੇ ਪਿੰਡ ਤੋਂ, ਹੁਣ ਤਾਂ ਅੱਜ ਕੱਲ੍ਹ ਆਪਾਂ ਆਪਣੇ ਘਰਾਂ ਤੋਂ ਰੈਡੀ ਰੂਡੀ ਹੋ ਕੇ ਸ਼ੀਸ਼ੇ ਕੀਤੇ ਕਾਰ ਦੇ ਬੰਦ ਤੇ ਪਹੁੰਚ ਜਾਂਦੇ ਮਿੰਟੋ ਮਿੰਟੀ, ਬਟ ਉਸ ਵਕਤ ਘੋੜਿਆਂ ਤੇ ਜਾਂਦੇ ਸੀ ਤੇ ਅਕਸਰ ਘੋੜਿਆਂ ਤੇ ਜਾਂਦਿਆਂ ਕੱਚੇ ਰਸਤੇ ਸੀਗੇ, ਉਹਦੀ ਡਸਟ ਪੈ ਕੇ ਬੱਚੇ ਦਾ ਫੇਸ ਖਰਾਬ ਹੋ ਜਾਂਦਾ ਸੀ। ਇਨਲਾਓ ਦੇ ਪਿੰਡ ਤੋਂ ਪਹਿਲਾਂ ਜਿਹੜਾ ਪਿੰਡ ਹੁੰਦਾ ਸੀ ਉੱਥੇ ਅਕਸਰ ਲਾੜੇ ਨੂੰ ਤਿਆਰ ਕੀਤਾ ਜਾਂਦਾ ਸੀ ਨਵਾ ਕੇ, ਤਾਂ ਕਿ ਉਹ ਫਰੈਸ਼ ਲੱਗੇ, ਥੋੜਾ ਉਹਦਾ ਪ੍ਰਭਾਵ ਅੱਛਾ ਬਣੇ ਜੀ। ਸੋ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਇੱਥੇ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਜਿੱਥੇ ਤਿਆਰ ਹੋਏ, ਗੁਰਦੁਆਰਾ ਸਿਹਰਾ ਸਾਹਿਬ ਸੁਸ਼ੋਭਿਤ ਹੈ। ਉੱਥੇ ਗੁਰਦੁਆਰਾ ਇੱਕ ਗੁਰਦੁਆਰਾ ਗੁਰੂ ਹਰਗੋਬਿੰਦ ਸਾਹਿਬ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨਾਲ ਸੰਬੰਧ ਰੱਖਦਾ, ਉਹ ਸਥਾਨ ਵੀ ਇਸ ਧਰਤੀ ਤੇ ਹੈਗਾ ਹੈ ਜੀ। ਸੋ ਇੱਕ ਬੇਬੇ ਨਾਨਕੀ ਜੀ ਦਾ ਪੁਰਾਤਨ ਘਰ ਵੀ ਹੈਗਾ ਜੀ। ਹਾਂਜੀ ਜੀ। ਸੋ ਮੈਨੂੰ ਲੱਗਦਾ ਕਿ ਜਿੰਨਾ ਵੀ ਸੁਲਤਾਨਪੁਰ ਲੋਧੀ ਦਾ ਇਤਿਹਾਸ ਹੈ ਸਾਰਾ ਉਹ ਭਾਈ ਸਾਹਿਬ ਨੇ ਜਾਣੂ ਕਰਵਾ ਦਿੱਤਾ ਹੈ। ਸੋ ਹੋਰ ਪ੍ਰੋਗਰਾਮ ਲੈ ਕੇ ਤੁਹਾਡੇ ਨਜ਼ਰ ਹੁੰਦੇ ਰਵਾਂਗੇ, ਉਦੋਂ ਤੱਕ ਲਈ ਸਾਡਾ ਚੈਨਲ ਦੇਖਦੇ ਰਹੋ ਪ੍ਰੋ ਸਨੇਹਾ TV। ਸਤਿ ਸ਼੍ਰੀ ਅਕਾਲ।